ਤੇ ਮਨਜੀਤ ਸਿੰਘ ਰਾਏ ਉੱਥੇ ਕਿਸਾਨ ਆਗੂ ਬਣਿਆ ਫਿਰਦਾ। ਆਪਣੇ ਪੁੱਤ ਜਿਹੜੇ ਮੁੰਡੇ ਨੇ ਉਹ ਤਾਂ ਬਾਹਰ ਕੈਨੇਡਾ ਦੇ ਵਿੱਚ ਸੈੱਟ ਕੀਤੇ ਹੋਏ ਨੇ। ਪਰਿਵਾਰ ਕਹਿੰਦੇ 4 ਬੰਦੇ ਨਹੀਂ ਉਹਦੇ ਨਾਲ। ਮੇਰਾ ਛੋਟਾ ਬੇਟਾ ਗੰਨਾ ਢੋ ਰਿਹਾ ਜੀ 20 ਸਾਲ ਦਾ ਮਿਲ ਤੇ ਆ ਟਰਾਲੀ ਪਲਟ ਗਈ ਇੱਕ ਦਿਨ। ਹੁਣ ਸਾਰਾ ਗੰਨਾ ਉੱਪਰ ਡਿੱਗ ਗਿਆ। ਵਾਹਿਗੁਰੂ ਦੀ ਕਿਰਪਾ ਹੋਈ, ਉਹਦਾ ਬਚਾਅ ਹੋ ਗਿਆ। ਦਰਅਸਲ ਬੀਜੇਪੀ ਵਾਲੇ ਜਿਹੜੇ ਉਹਨਾਂ ਦਾ ਦੋਗਲਾ ਚਿਹਰਾ ਜੀ, ਲੋਕਾਂ ਨੂੰ ਝੂਠ ਬੋਲਣ 'ਚ ਬੜੇ ਮਹਾਨ ਨੇ। ਮੈਂ ਤਾਂ ਇਹ ਕਹਾਂਗਾ ਕਿ ਬੀਜੇਪੀ ਵਾਲਿਆਂ ਦੀ ਇਹ ਡਿਗਰੀ ਹਾਸਲ ਕਰਦੇ ਨੇ। ਪਹਿਲਾਂ ਉਹ ਜਿੰਨਾ ਵੱਡਾ ਝੂਠ ਬੋਲਣ ਵਾਲਾ ਉੱਡਾ ਵੱਡਾ ਮੰਤਰੀ। ਸਭ ਤੋਂ ਵੱਡਾ ਝੂਠਾ ਨਰਿੰਦਰ ਮੋਦੀ। ਉਹ ਕਹਿੰਦਾ ਸੀ 15-15 ਲੱਖ ਤੁਹਾਡੇ ਖਾਤਿਆਂ 'ਚ ਆਜੂ। ਦੇਖੋ ਕਿੱਡਾ ਝੂਠ ਬੋਲ ਕੇ ਬਾਅਦ 'ਚ ਕਹਿੰਦਾ ਮੇਰਾ ਜੁਮਲਾ ਹੈ। ਉਹ ਟੀਸ਼ੇ ਸੂਦ ਦੀ ਜਿਹੜੀ ਗੱਲ ਹੈ, ਮੈਂ ਕਹਾਂਗਾ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜਿਹੇ ਲੀਡਰਾਂ ਨੂੰ ਕਿ ਭਾਈ ਤੂੰ ਕੈਬਨਿਟ ਮੰਤਰੀ ਰਿਹਾ ਹੋਵੇਂ, ਪਤਨੀ ਤੇਰੀ ਇਲੈਕਸ਼ਨ ਹਾਰ ਜਾਏ। ਐਮਸੀ ਦੀ ਚੋਣ ਸ਼ਰਮਨਾਕ ਹਾਰ। ਮੈਂ ਕਿਹਾ ਜੀ ਜ਼ਮਾਨਤ ਜ਼ਬਤ ਹੋਣ ਤੱਕ ਚਲੀ ਗਈ। ਦੇਖੋ ਕੀ ਹਾਲਾਤ ਨੇ ਇਹਨਾਂ ਦੇ। ਸਿਆਸਤ 'ਚ ਝੂਠ ਬੋਲ ਕੇ ਕੰਮ ਸਰਦਾ ਹੁੰਦਾ ਵੀ ਇਹ ਭੀੜਾਂ ਇਕੱਠੀਆਂ ਕਰਨ ਦਾ। ਜਿੱਦਣ ਇਹ ਰੈਲੀਆਂ ਲੜਦੇ ਆ ਉਹ ਭੀੜਾਂ ਕਿਹੜੀਆਂ ਹੁੰਦੀਆਂ। ਤੇ ਜੇ ਟੇਬਲ ਤੇ ਹੀ ਬੰਦੇ ਭੱਜਦੇ ਹੋਣ ਤਾਂ ਉਹਨੂੰ ਕੀ ਕਹਿ ਸਕਦੇ ਆ। ਸਰਕਾਰ ਆਪ 23 ਤਰੀਕ ਤੋਂ ਬਾਅਦ ਭੱਜੀ ਹੋਈ ਆ ਟੇਬਲ ਤੇ। ਅਸੀਂ ਤਾਂ ਪੱਕੇ ਤੇ ਦਿੱਲੀ ਦੇ ਬਾਹਰ ਡੇਰੇ ਲਾਏ ਹੋਏ ਆ। ਤੇ ਜੇ ਅਸੀਂ ਇੱਥੇ ਆ ਕੇ ਡੇਰੇ ਲਾਏ ਆ, ਸਾਡਾ ਮਤਲਬ ਸਰਕਾਰ ਨਾਲ ਗੱਲ ਕਰਨਾ ਹੀ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ। ਮੈਂ ਸੁਖਵਿੰਦਰ ਸਿੰਘ। ਕਿਸਾਨੀ ਮੋਰਚਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ, ਪਰ ਦੂਸਰੇ ਪਾਸੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਕਹਿੰਦੇ ਨੇ ਕਿ ਭੀੜਾਂ ਇਕੱਠੀਆਂ ਕਰਨ ਦੇ ਨਾਲ ਕਾਨੂੰਨ ਰੱਦ ਨਹੀਂ ਹੋਣਗੇ। ਪਿਛਲੇ ਦਿਨੀ ਆਪਾਂ ਇੱਕ ਬੀਜੇਪੀ ਲੀਡਰ ਤੀਕਸ਼ਣ ਸੂਦ ਹੋਰਾਂ ਦਾ ਇੰਟਰਵਿਊ ਕੀਤਾ ਤਾਂ ਮਨਜੀਤ ਰਾਏ ਬਾਰੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਅੱਜ ਮਨਜੀਤ ਸਿੰਘ ਰਾਏ ਔਰ ਹਰਮੀਤ ਸਿੰਘ ਕਾਦੀਆਂ ਸਾਡੇ ਨਾਲ ਨੇ। ਮਾਲਵਾ ਤੇ ਦੁਆਬੇ ਤੋਂ ਇਹ 2 ਲੀਡਰ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੀ ਅਗਵਾਈ ਕਰ ਰਹੇ ਨੇ। ਗੱਲਬਾਤ ਕਰਦੇ ਹਾਂ ਕਾਦੀਆਂ ਸਾਹਿਬ, ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡਾ ਬਹੁਤ ਬਹੁਤ ਹਮਦਰਦ ਟੀਵੀ ਦਾ ਬਹੁਤ ਧੰਨਵਾਦ ਜੀ। ਰਾਏ ਸਾਹਿਬ, ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲਵਾਂਗਾ ਜੀ। ਜਿਹੜੇ ਹੁਸ਼ਿਆਰਪੁਰ ਤੋਂ ਬੀਜੇਪੀ ਦੇ ਲੀਡਰ ਨੇ ਤੀਕਸ਼ਣ ਸੂਦ ਜੀ, ਮੈਂ ਇੰਟਰਵਿਊ ਕੀਤਾ। ਬੇਸ਼ੱਕ ਉਹਨਾਂ ਦੀ ਪਤਨੀ ਐਮਸੀ ਚੋਣਾਂ ਨਹੀਂ ਜਿੱਤ ਸਕੀ ਇਸ ਵਾਰ। ਜੀ, ਉਹਨਾਂ ਨੇ ਨਾਲ ਦੀ ਨਾਲ ਤੁਹਾਡੇ ਤੇ ਵੀ ਬਹੁਤ ਸਾਰੇ ਤੰਜ ਕੱਸੇ, ਬਹੁਤ ਸਾਰੀਆਂ ਗੱਲਾਂ ਕੀਤੀਆਂ। ਕਹਿੰਦੇ ਮਨਜੀਤ ਸਿੰਘ ਰਾਏ ਉੱਥੇ ਕਿਸਾਨ ਆਗੂ ਬਣਿਆ ਫਿਰਦਾ। ਆਪਣੇ ਪੁੱਤ ਜਿਹੜੇ ਮੁੰਡੇ ਨੇ ਉਹ ਤਾਂ ਬਾਹਰ ਕੈਨੇਡਾ ਦੇ ਵਿੱਚ ਸੈੱਟ ਕੀਤੇ ਹੋਏ ਨੇ। ਪਰਿਵਾਰ ਕਹਿੰਦੇ 4 ਬੰਦੇ ਨਹੀਂ ਉਹਦੇ ਨਾਲ। ਮੈਂ ਇਹ ਬੇਨਤੀ ਕਰਾਂਗਾ ਜੀ, ਬੀਜੇਪੀ ਵਾਲਿਆਂ ਦਾ ਸਿਰ ਫਿਰ ਗਿਆ। ਉਹਨਾਂ ਨੂੰ ਪਤਾ ਹੀ ਨਹੀਂ। ਮੇਰਾ ਛੋਟਾ ਬੇਟਾ ਗੰਨਾ ਢੋ ਰਿਹਾ ਜੀ 20 ਸਾਲ ਦਾ ਮਿਲ ਤੇ ਆ ਟਰਾਲੀ ਪਲਟ ਗਈ ਇੱਕ ਦਿਨ। ਹੁਣ ਸਾਰਾ ਗੰਨਾ ਉੱਪਰ ਡਿੱਗ ਗਿਆ। ਵਾਹਿਗੁਰੂ ਦੀ ਕਿਰਪਾ ਹੋਈ, ਉਹਦਾ ਬਚਾਅ ਹੋ ਗਿਆ। ਤੇ ਉਹਨੂੰ ਪਤਾ ਨਹੀਂ ਹੈ ਜੀ। ਦਰਅਸਲ ਬੀਜੇਪੀ ਵਾਲੇ ਜਿਹੜੇ ਉਹਨਾਂ ਦਾ ਦੋਗਲਾ ਚਿਹਰਾ ਜੀ, ਲੋਕਾਂ ਨੂੰ ਝੂਠ ਬੋਲਣ 'ਚ ਬੜੇ ਮਹਾਨ ਨੇ। ਮੈਂ ਤਾਂ ਇਹ ਕਹਾਂਗਾ ਕਿ ਬੀਜੇਪੀ ਵਾਲਿਆਂ ਦੀ ਇਹ ਡਿਗਰੀ ਹਾਸਲ ਕਰਦੇ ਨੇ। ਪਹਿਲਾਂ ਉਹ ਜਿੰਨਾ ਵੱਡਾ ਝੂਠ ਬੋਲਣ ਵਾਲਾ ਉੱਡਾ ਵੱਡਾ ਮੰਤਰੀ। ਆ ਤੁਸੀਂ ਵੇਖ ਰਹੇ ਹੋ ਕੇਂਦਰ ਸਰਕਾਰ 'ਚ ਜਿੱਡਾ ਝੂਠ ਬੋਲਣ ਵਾਲਾ ਉੱਡਾ ਮੰਤਰੀ। ਸਭ ਤੋਂ ਵੱਡਾ ਝੂਠਾ ਨਰਿੰਦਰ ਮੋਦੀ। ਉਹ ਕਹਿੰਦਾ ਸੀ 15-15 ਲੱਖ ਤੁਹਾਡੇ ਖਾਤਿਆਂ 'ਚ ਆਜੂ। ਦੇਖੋ ਕਿੱਡਾ ਝੂਠ ਬੋਲ ਕੇ ਬਾਅਦ 'ਚ ਕਹਿੰਦਾ ਮੇਰਾ ਜੁਮਲਾ ਹੈ। ਸੋ ਇਹ ਵੱਡੇ ਝੂਠ ਬੋਲਣ ਵਾਲੇ, ਜਿੱਡਾ ਵੱਡਾ ਝੂਠ ਬੋਲਣ ਵਾਲਾ ਉੱਡਾ ਵੱਡਾ ਲੀਡਰ। ਉਹ ਟੀਕਸ਼ਣ ਸੂਦ ਦੀ ਜਿਹੜੀ ਗੱਲ ਹੈ, ਮੈਂ ਕਹਾਂਗਾ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜਿਹੇ ਲੀਡਰਾਂ ਨੂੰ ਕਿ ਭਾਈ ਤੂੰ ਕੈਬਨਿਟ ਮੰਤਰੀ ਰਿਹਾ ਹੋਵੇਂ, ਪਤਨੀ ਤੇਰੀ ਇਲੈਕਸ਼ਨ ਹਾਰ ਜਾਏ। ਐਮਸੀ ਦੀ ਚੋਣ ਸ਼ਰਮਨਾਕ ਹਾਰ। ਮੈਂ ਕਿਹਾ ਜੀ ਜ਼ਮਾਨਤ ਜ਼ਬਤ ਹੋਣ ਤੱਕ ਚਲੀ ਗਈ। ਦੇਖੋ ਕੀ ਹਾਲਾਤ ਨੇ ਇਹਨਾਂ ਦੇ। ਔਰ ਫਿਰ ਮੂੰਹ ਆਪਣੇ ਤੇ ਕਬਜ਼ਾ। ਪਹਿਲਾਂ ਦੇਖੋ, ਪਹਿਲਾਂ ਨਹੀਂ ਕਹਿਤਾ ਸੀ, ਉੱਥੇ ਪਿਕਨਿਕ ਮਨਾਉਣ ਗਏ ਨੇ। ਫਿਰ ਲੋਕਾਂ ਨੇ ਜਾ ਕੇ ਗੋਬਰ ਸਿੱਟਿਆ ਪਿਆ ਚ ਮਨਾ ਪਿਕਨਿਕ। ਫਿਰ ਇਹ ਮੇਰੇ ਨਗਰ ਆ ਗਿਆ। ਪੂਰੀ ਹੀਰਾ ਮੇਰਾ ਸ਼ਹਿਰ 'ਚ ਹੀ ਹੈ। ਸਾਡੀ ਜ਼ਮੀਨ ਬਾਈਪਾਸ ਦੇ ਬਾਹਰਲੇ ਪਾਸੇ ਪੈਂਦੀ ਹੈ ਔਰ ਜਿਹੜਾ ਘਰ ਹੈ ਉਹ ਅੰਦਰਲੇ ਪਾਸੇ ਪੈਂਦਾ। ਗੱਲਾਂ ਵੀ ਤੁਹਾਡੇ ਬਾਰੇ ਤਾਂ ਹੀ ਜ਼ਿਆਦਾ ਕਰਦੇ ਸ਼ਾਇਦ। ਕਰਦਾ ਉਹ, ਕਿਉਂਕਿ ਮੈਂ ਵੀ ਕਾਉਂਸਲਰ ਰਿਹਾ। ਇਹਨਾਂ ਦੀ ਪਤਨੀ ਦੇ ਨਾਲ ਕਾਉਂਸਲਰ ਰਿਹਾ ਮੈਂ। ਇਹ ਵੀ ਕਿਹਾ ਉਹਨਾਂ ਨੇ, ਕਹਿੰਦੇ ਬੀਜੇਪੀ ਦਾ ਹਿੱਸਾ ਰਹੇ ਨੇ। ਨਹੀਂ, ਬੀਜੇਪੀ ਦਾ ਨਹੀਂ, ਮੈਂ ਸੀਗਾ ਅਕਾਲੀ ਦਲ ਤੋਂ। ਪਰ ਮੈਂ ਜਦੋਂ ਮੇਰੀ ਟਰਮ ਪੂਰੀ ਹੋਈ ਮੈਂ ਤਿਆਗ ਕਰਤਾ ਸੀ, ਛੱਡਤਾ ਸੀ ਅਕਾਲੀ ਦਲ ਵੀ, ਔਰ ਬਿਲਕੁਲ ਹੱਥ ਜੋੜਤੇ ਸੀ। ਪਰ ਮੈਂ ਗੱਲ ਕਹਾਂਗਾ ਵੀ ਇਹਨਾਂ ਦੇ ਨਾਲ ਰਿਹਾ ਮੈਂ ਐਮਸੀ। ਮੈਂ ਇਹਨਾਂ ਨੂੰ ਜਾਣਦਾ ਚੰਗੀ ਤਰ੍ਹਾਂ ਵੀ ਇਹ ਜਿਹੜੇ ਚੋਰ ਇਕੱਠੇ ਹੋਏ ਨੇ। ਔਰ ਮੈਂ ਗੱਲ ਕਹਾਂਗਾ ਵੀ ਦੇਖੋ ਮੇਰੇ ਨਗਰ ਆ ਗਿਆ ਜਾਣ ਬੁੱਝ ਕੇ। ਵੀ ਮਨਜੀਤ ਸਿੰਘ ਤਾਂ ਦਿੱਲੀ ਬੈਠਾ ਤਾਂ ਮੈਂ ਇਹਦੇ ਪਿੰਡ ਜਾ ਕੇ ਰੈਲੀ ਕਰ ਆਵਾਂਗਾ। ਫਿਰ ਮੈਂ ਕਹਾਂਗਾ ਵੀ ਸਾਨੂੰ ਕਿਹਨੇ ਰੋਕਿਆ। ਠੀਕ ਹੈ ਨਾ ਜੀ। ਤੇ ਜਦੋਂ ਇਹ ਗੱਲ ਆਈ ਵੀ ਸਾਨੂੰ ਕਿਹਨੇ ਰੋਕਿਆ, ਫਿਰ ਨਗਰ ਵਾਲੇ ਤਾਂ ਸੀਗੇ ਹੀ ਨਾ, ਉੱਥੇ ਘੇਰ ਲਿਆ ਉਹਨਾਂ ਨੇ। ਫਿਰ ਹੱਥ ਜੋੜ ਕੇ ਗਏ ਜੀ। ਐਸਐਸਪੀ ਸਾਹਿਬ ਆਏ, ਮਾਲ ਸਾਹਿਬ, ਉਹਨਾਂ ਨੇ ਕਿਹਾ ਵੀ ਕਿਸਾਨਾਂ ਨੂੰ ਇਹਨਾਂ ਨੂੰ ਜਾਣ ਦਿਓ। ਤਾਂ ਫਿਰ ਕਦੇ ਤਾਂ ਕਿਸਾਨਾਂ ਨੂੰ ਗੁੰਡੇ ਸੱਦਾ। ਮੈਂ ਗੱਲ ਕਹਾਂ, ਇਹ ਹੁਣ ਜਿਹੜੀ 2022 ਦੀ ਤਿਆਰੀ ਕਰਦਾ ਸੀ ਨਾ, ਹੁਣ ਪਿਕਨਿਕ ਮਨਾਉਣ ਇਹਨਾਂ ਨੂੰ ਭੇਜਾਂਗੇ। ਤੇ ਜਿਹੜੀ ਇਹ ਗੱਲ ਕਰ ਰਿਹਾ ਬੱਚਿਆਂ ਦੀ, ਲੋਕਾਂ ਨੂੰ ਲੁੱਟ ਕੇ ਫੈਕਟਰੀਆਂ ਬਣਾ ਲਈਆਂ। ਇਹਦੇ ਬੇਟੇ ਨੇ ਫੈਕਟਰੀ ਪਾਈ ਹੋਈ ਆ। ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਉਦੋਂ ਕਿਉਂਕਿ ਸਰਕਾਰ ਸੈਂਟਰ 'ਚ ਵੀ ਇਹਨਾਂ ਦੀ ਆ, ਕਰਪਟ ਨੇ ਇਹ। ਇਹਨਾਂ ਦੇ ਬੇਟੇ ਦਾ ਨਾਂ ਆ ਗਿਆ ਸੀ। ਜਿਹੜਾ ਬਾਈਪਾਸ 99 ਕਰੋੜ ਦਾ ਘੁਟਾਲਾ ਸੀ, ਉਹ 'ਚ ਤੀਕਸ਼ਣ ਸੂਦ ਦੇ ਬੇਟੇ ਦਾ ਨਾਂ ਆ ਗਿਆ ਸੀ। ਪਰ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ, ਅੰਦਰ ਪਤਾ ਨਹੀਂ, ਅੰਦਰਬਤੀ ਜੋ ਕਰਦੇ ਹੀ ਨੇ ਲੀਡਰ ਲੋਕ, ਉਹਦਾ ਨਾਂ ਕਿਸੇ ਤਰ੍ਹਾਂ ਕਢਾ ਲਿਆ। ਪਹਿਲਾਂ ਚਰਚਾ 'ਚ ਅਖਬਾਰਾਂ 'ਚ ਆਇਆ ਜਵੇਦ ਸੂਦ ਦਾ ਨਾਂ, ਫਿਰ ਮੁੜ ਕੇ ਉਹ ਨਾਂ ਨਿਕਲ ਗਿਆ। ਪਤਾ ਨਹੀਂ ਕੀ ਕੀਤਾ ਉਹਦੇ ਵਿੱਚ ਇਹਨਾਂ ਨੇ, ਸਾਨੂੰ ਨਹੀਂ ਉਹ ਕਿਹੜਾ ਕੱਪੜੇ ਕੀਤੇ ਇਹਨਾਂ ਨੇ। ਪਰ ਮੈਂ ਗੱਲ ਕਹੂੰਗਾ, ਉਹ ਲੋਕ ਕਰਪਟ ਲੋਕ ਜਿਹੜੇ ਉਹ ਗੱਲਾਂ ਕਰਦੇ ਨੇ। ਮੈਂ ਕਹਿੰਦਾ ਅੱਜ ਵੀ ਮੈਂ ਇੱਥੇ ਬੈਠਾ ਦਿੱਲੀ, ਬੇਟਾ ਮੇਰਾ ਦਸੂਆ ਮਿਲ ਤੇ ਟਰਾਲੀ ਲੈ ਗਿਆ, ਜਾ ਕੇ ਦੇਖ ਲੈਣ ਕੈਨੇਡਾ ਬੈਠਾ ਕਿ ਗੰਨੇ ਦੀ ਟਰਾਲੀ 'ਤੇ ਬੈਠਾ। ਉਹ ਪਤਾ ਲੱਗ ਜੂ। ਖੇਤ ਦੇ ਵਿੱਚ ਬਿਜਾਈ ਚੱਲ ਰਹੀ ਆ। ਕੱਲਾ ਉਹ 20 ਸਾਲ ਦਾ ਬੱਚਾ ਹੈ ਔਰ ਉਹਨੇ ਕਦੇ ਟਰਾਲੀਆਂ ਮਿਲ ਤੇ ਨਹੀਂ ਸੀ ਲਿਆ। ਪਿਛਲੇ ਸਾਲ 1-2 ਟਰਾਲੀਆਂ
ਡੈਡੀ ਮੈਂ ਲੈ ਕੇ ਜਾਣੀ ਟਰਾਲੀ, ਮੈਂ ਲੈ ਕੇ ਜਾਂਦਾ ਸੀ। ਤੇ ਇਸ ਕਰਕੇ ਇਸ ਵਾਰ ਸਾਰਾ ਗੰਨਾ ਉਹਨੂੰ ਢੋਣਾ ਪਿਆ। ਮੇਰੇ ਕੋਲ 30 ਕਿੱਲੇ ਗੰਨੇ ਦੇ ਮੈਂ ਬੀਜੇ ਸੀ ਔਰ ਉਹ ਸਾਰਾ ਹੀ ਮਿੱਲ ਤੇ ਲੈ ਕੇ ਗਿਆ। ਉਹ ਹਜੇ 12 ਟਰਾਲੀਆਂ ਰਹਿੰਦੀਆਂ ਵੀ ਨੇ ਤੇ ਮੈਂ ਕਿਉਂਕਿ ਮੈਂ ਵੀ 2-3 ਦਿਨ ਲਈ ਹੁਣ ਗਿਆ ਹੋਇਆ ਸੀ ਤਾਂ ਮੈਂ ਹੁਣ ਇਕੱਲੇ ਹੀ ਰਾਤੀ ਆਇਆ ਵਾਪਸ। ਸੋ ਇਸ ਕਰਕੇ ਝੂਠੀਆਂ ਗੱਲਾਂ ਕਰਦੇ ਨੇ, ਇਹ ਲੋਕਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ। ਬੀਜੇਪੀ ਵਾਲੇ ਤਾਂ ਹੈ ਹੀ ਝੂਠੇ ਨੇ। ਕਾਂਗੇ ਸਾਹਿਬ, ਤੋਮਰ ਸਾਹਿਬ ਕਹਿੰਦੇ ਭੀੜਾਂ ਇਕੱਠੀਆਂ ਕਰਨ ਦੇ ਨਾਲ ਕਾਨੂੰਨ ਰੱਦ ਨਹੀਂ ਹੁੰਦੇ। ਹਾਲਾਂਕਿ 300 ਟਰਾਲੀ ਕੱਲ ਪਰਸੋਂ ਵੀ ਕਹਿੰਦੇ ਗਿਣਤੀ ਕੀਤੀ ਹੈ ਕਿਸਾਨਾਂ ਨੇ, ਪ੍ਰੈਸ ਵਾਲਿਆਂ ਨੇ ਵੀ ਉੱਥੇ 300 ਟਰਾਲੀ ਸੀਗੀ ਔਰ ਭਰੀਆਂ ਸੀਗੀਆਂ ਕਿਸਾਨਾਂ ਦੇ ਨਾਲ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਇਹੋ ਜਿਹੇ ਬਿਆਨ ਘਬਰਾਹਟ 'ਚ ਦਿੱਤੇ ਜਾਂਦੇ ਆ ਜੀ। ਜਦੋਂ ਆਰਥਿਕ ਤੌਰ ਤੇ ਤੁਸੀਂ ਹਾਰ ਗਏ ਹੋਵੋ, ਗੱਲ ਤੁਹਾਨੂੰ ਟੇਬਲ ਤੇ ਆ ਨਾ ਸਕੇ, ਫਿਰ ਇਹੋ ਜਿਹੀਆਂ ਗੱਲਾਂ ਕਰਨੀਆਂ ਸੁਭਾਵਿਕ ਆ ਸਿਆਸਤ ਦੇ ਵਿੱਚ। ਸਿਆਸਤ 'ਚ ਝੂਠ ਬੋਲ ਕੇ ਕੰਮ ਸਰਦਾ ਹੁੰਦਾ ਵੀ ਇਹ ਭੀੜਾਂ ਇਕੱਠੀਆਂ ਕਰਨ ਦਾ। ਜਿੱਦਣ ਇਹ ਰੈਲੀਆਂ ਲੜਦੇ ਆ ਉਹ ਭੀੜਾਂ ਕਿਹੜੀਆਂ ਹੁੰਦੀਆਂ? ਫਿਰ ਇਹ ਅੰਦੋਲਨਕਾਰੀ ਆ, ਭੀੜ ਨਹੀਂ ਹੈ। ਪਹਿਲੀ ਗੱਲ ਤਾਂ ਸ਼ਬਦ ਗਲਤ ਵਰਤਿਆ ਗਿਆ। ਇਹ ਇੱਕ ਅੰਦੋਲਨਕਾਰੀ ਆਪ ਦੀ ਸਮਝ ਨਾ ਆਇਆ ਹੋਇਆ ਵੀ ਜਿਹੜੇ 3 ਲਾਅ ਬਣੇ ਨੇ ਜਾਂ ਆਰਡੀਨੈਂਸ ਆ ਜਾਂ ਸਰਕਾਰ ਜਿਹੋ ਜਿਹੇ ਧੱਕੇ ਕਰ ਰਹੀ ਹੈ ਸਾਡੇ ਉੱਤੇ, ਖੇਤੀ ਦੇ ਉੱਤੇ, ਸਾਡੀ ਜ਼ਮੀਨ ਦੇ, ਸਾਡੀ ਫਸਲਾਂ ਦੇ ਉੱਤੇ, ਉਹਦੇ ਉੱਤੇ ਜਿਹੜਾ ਸਾਡਾ ਅਟੈਕ ਹੋ ਰਿਹਾ, ਉਹ ਆਪਣਾ ਅੰਦੋਲਨ ਲੜਨ ਆਏ ਆ ਤਾਂ ਅੰਦੋਲਨ ਲੜਨਾ ਕੌਂਸਟੀਟਿਊਸ਼ਨਲੀ ਹੱਕ ਆ ਉਹਨਾਂ ਦਾ ਤੇ ਉਹ ਲੜ ਰਹੇ ਨੇ। ਇਹਨਾਂ ਨੂੰ ਮੂਰੇ ਅੰਦੋਲਨ ਕਵਰ ਕਰਨ ਨਹੀਂ ਆ ਰਿਹਾ, ਨਾ ਉਹਨੂੰ ਫੇਸ ਕਰਨਾ ਆ ਰਿਹਾ। ਡਾਇਲੋਗ ਕਦੋਂ ਤੱਕ ਸ਼ੁਰੂ ਹੋਣ ਦੀ ਉਮੀਦ ਹੈ? ਲੱਗਦਾ ਵੀ ਡਾਇਲੋਗ ਕਿਉਂਕਿ ਰੁਕਿਆ ਪਿਆ, ਗੱਲਬਾਤ ਜੇ ਚੱਲੇਗੀ ਤਾਂ ਕੁਝ ਮਸਲੇ ਦਾ ਹੱਲ ਹੋਵੇਗਾ। ਕੀ ਅਸਾਰ ਲੱਗ ਰਹੇ ਨੇ? ਡਾਇਲੋਗ ਤੋਂ ਬਗੈਰ ਗੱਲਬਾਤ ਤਾਂ ਹੋਣੀ ਨਹੀਂ। ਗੱਲਬਾਤ ਤਾਂ ਟੇਬਲ ਤੇ ਹੀ ਹੋਣੀ ਆ। ਅੰਦੋਲਨਕਾਰੀ ਜਦੋਂ ਵੀ ਕੋਈ ਅੰਦੋਲਨ ਕਰਦੇ ਆ, ਗੱਲਬਾਤ ਟੇਬਲ ਤੇ ਹੁੰਦੀ ਆ। ਜੇ 2 ਮੁਲਕਾਂ ਦੀ ਲੜਾਈ ਵੀ ਲੱਗ ਜੇ ਉਹਦਾ ਕੋਈ ਸਮਝੌਤਾ ਹੋਣਾ ਹੋਵੇ ਤਾਂ ਉਹ ਟੇਬਲ ਤੇ ਹੀ ਹੁੰਦਾ। ਤੇ ਜੇ ਟੇਬਲ ਤੇ ਹੀ ਬੰਦੇ ਭੱਜਦੇ ਹੋਣ ਤਾਂ ਉਹਨੂੰ ਕੀ ਕਹਿ ਸਕਦੇ ਆ? ਸਰਕਾਰ ਆਪ 23 ਤਰੀਕ ਤੋਂ ਬਾਅਦ ਭੱਜੀ ਹੋਈ ਆ ਟੇਬਲ ਤੇ। ਅਸੀਂ ਤਾਂ ਪੱਕੇ ਇੱਥੇ ਦਿੱਲੀ ਦੇ ਬਾਹਰ ਡੇਰੇ ਲਾਏ ਹੋਏ ਆ ਤੇ ਜੇ ਅਸੀਂ ਇੱਥੇ ਆ ਕੇ ਡੇਰੇ ਲਾਇਆ, ਸਾਡਾ ਮਤਲਬ ਸਰਕਾਰ ਨਾਲ ਗੱਲ ਕਰਨਾ ਹੀ ਹੈ। ਜੇ ਸਰਕਾਰ ਨਾਲ ਗੱਲ ਹੋਊਗੀ ਤਾਂ ਸਾਡਾ ਗੱਲ ਨਿਪਣੀ ਆ। ਅੰਦੋਲਨ ਕਰਦਾ ਮਤਲਬ ਆ ਸਰਕਾਰ ਨਾਲ ਗੱਲ ਕਰਨਾ ਆ ਵੀ ਜਿਹੜਾ ਤੁਸੀਂ ਕਾਨੂੰਨ ਬਣਾਇਆ ਇਹ ਵਾਪਸ ਲਵੋ। ਤੇ ਜੇ ਹੁਣ ਸਰਕਾਰ ਹੀ ਭੱਜ ਰਹੀ ਆ ਤਾਂ ਉਹਦਾ ਹੁਣ ਕੀ ਮਤਲਬ? ਇੱਕ ਮੋਨੀਟਰ ਦੀ ਕਾਲ ਕਹਿ ਲੈਂਦੇ ਆ, ਕਈ ਵਾਰੀ ਕਹਿੰਦੇ ਅਸੀਂ ਕਿਸਾਨ ਬੁਲਾ ਲੈਣ। ਕਿਸਾਨ ਕਿੱਥੋਂ ਬੁਲਾ ਲੈਣਗੇ ਸਰਕਾਰਾਂ ਨੂੰ? ਸਰਕਾਰ ਬੁਲਾਉਂਦੀ ਹੁੰਦੀ ਹੈ। ਜਿਹੜੇ ਇੱਕ ਆਫੀਸ਼ੀਅਲ ਮੀਟਿੰਗ ਜਿਹੜੀ ਕਰਨੀ ਆ ਉਹਨਾਂ ਦਾ ਹੱਕ। ਗੱਲਬਾਤ ਕਰਨ ਲਈ ਕਰਦੇ ਸਾਹਿਬ, ਰਾਏ ਸਾਹਿਬ ਤੁਹਾਡਾ ਵੀ ਧੰਨਵਾਦ ਹੈ। ਸਮਾਂ ਥੋੜ੍ਹਾ ਜਿਹਾ ਘੱਟ ਹੈ ਕਿਉਂਕਿ ਸਟੇਜ ਦੇ ਉੱਤੇ ਪਗੜੀ ਸੰਭਾਲ ਜੱਟਾ ਲਹਿਰ ਦਾ ਅੱਜ ਦਿਨ ਮਨਾਇਆ ਜਾ ਰਿਹਾ। ਕਾਲ ਦਿੱਤੀ ਗਈ ਸੀ 23, 24, ਉਸ ਤੋਂ ਬਾਅਦ 26, 27 ਤਰੀਕ ਦੀਆਂ ਕਾਲਾਂ ਦਿੱਤੀਆਂ ਗਈਆਂ ਨੇ। ਵੱਖ-ਵੱਖ ਤਰੀਕੇ ਦੇ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲਿਖੇ ਗਏ ਨੇ। ਵੱਡੀ ਗੱਲ ਹੈ ਵੀ ਅੱਜ ਮਨਜੀਤ ਸਿੰਘ ਰਾਏ ਜਿਨ੍ਹਾਂ ਦੇ ਉੱਤੇ ਬੀਜੇਪੀ ਦੇ ਲੀਡਰ ਤ੍ਰਿਕਸ਼ਨ ਸੂਦ ਸਾਬਕਾ ਮੰਤਰੀ ਨੇ ਵੱਡੇ ਇਲਜ਼ਾਮ ਲਗਾਏ ਸੀਗੇ ਵੀ ਰਾਏ ਦੇ ਪਿੱਛੇ ਕੋਈ ਬੰਦਾ ਨਹੀਂ ਹੈ। ਮਨਜੀਤ ਸਿੰਘ ਰਾਏ ਆਪ ਕਿਸਾਨ ਆਗੂ ਬਣਿਆ, ਉਹਦੇ ਪਿੱਛੇ ਕੋਈ ਬੰਦੇ ਨਹੀਂ ਹੈ, ਉਹਦਾ ਪਰਿਵਾਰ ਕੈਨੇਡਾ ਬੈਠਾ ਹੈ। ਤਾਂ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਕਿਹਾ ਕਿ ਮੇਰਾ ਪੁੱਤ 20 ਸਾਲਾਂ ਦੀ ਉਮਰ ਹੈ ਔਰ ਗੰਨਾ ਢੋ ਰਿਹਾ ਹੈ। ਕੁਝ ਦਿਨ ਪਹਿਲਾਂ ਗੰਨੇ ਦੀ ਟਰਾਲੀ ਵੀ ਪਲਟੀ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਸਹੀ ਸਲਾਮਤ ਹੈ। ਅਸਲੀਅਤ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਵੀ ਇਲਜ਼ਾਮ ਲਗਾਇਆ ਸੀਗਾ ਵੀ ਜਿਹੜਾ ਕਿਸਾਨ ਆਗੂ ਮਨਜੀਤ ਸਿੰਘ ਰਾਏ ਅੱਜ ਬੀਜੇਪੀ ਨੂੰ ਭੰਡ ਰਿਹਾ, ਉਹ ਕਿਸੇ ਸਮੇਂ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਨਾਲ ਕੌਂਸਲਰ ਤੱਕ ਵੀ ਰਿਹਾ ਸੀਗਾ। ਤਾਂ ਇਸ ਤਰੀਕੇ ਦੇ ਇਲਜ਼ਾਮਾਂ ਦੇ ਅੱਜ ਮਨਜੀਤ ਸਿੰਘ ਰਾਏ ਦੇ ਵੱਲੋਂ ਜਵਾਬ ਦਿੱਤੇ ਗਏ ਨੇ। ਉਹਨਾਂ ਦੇ ਨਾਲ ਹੀ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਵੱਲੋਂ ਵੀ ਕਿਹਾ ਗਿਆ ਹੈ ਕਿ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਜੋ ਭੀੜ ਇਕੱਠੀ ਕਰਨ ਵਾਲਾ ਬਿਆਨ ਦਿੱਤਾ ਗਿਆ ਹੈ ਵੀ ਕਾਨੂੰਨ ਰੱਦ ਨਹੀਂ ਹੋਣਗੇ ਜਿਹੀਆਂ ਭੀੜਾਂ ਦੇ ਨਾਲ, ਤਾਂ ਉਹ ਬੌਖਲਾਹਟ ਦੇ ਵਿੱਚ ਸਰਕਾਰ ਅਜਿਹੇ ਬਿਆਨ ਦੇ ਰਹੀ ਹੈ। ਨਾਲ ਦੀ ਨਾਲ ਇਹ ਵੀ ਕਿਹਾ ਵੀ ਗੱਲਬਾਤ ਜੇ ਕੋਈ ਮਸਲੇ ਦਾ ਹੱਲ ਹੋਣਾ ਹੈ ਤਾਂ ਉਹ ਟੇਬਲ ਟਾਕ ਤੇ ਹੋਣਾ ਹੈ। ਕਿਸਾਨ ਆਗੂ ਅੱਜ ਵੀ ਸਰਕਾਰ ਦੇ ਸੱਦੇ ਦੀ ਵੇਟ ਕਰ ਰਹੇ ਨੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਕੁੰਡਲੀ ਬਾਰਡਰ, ਦਿੱਲੀ।